जी। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराहें तेहा हूँ करी बख्यान। ज्यों बुलावैं त्यों बोला स्वामी, कुदरत कवन हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। जुग गुरु बाणी के बोहित, धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸਬਾਈਮਾਨ ਹੋਏ ਬੈਠੇ। ਮੰਝ ਨਿਮਾਣੀ ਥਾਉ ਹਰ ਓਟ ਗਈ ਮਨ ਅੰਦਰੇ, ਜਬ ਜਬ ਜੀਵਾਂ ਨਾਉ। आओ सतगुरु ने जो पावन बचना राही साडी झोली विच अगमी ज्ञान पाया है, इन्हां पावन रब्बी बोलां दी विचार नाल जुड़िए। पाठ करन तो पहलां संगति रूप दे विच अते विचार करन तो पहलां मनोवृत्तियां एकाग्र करो। प्रेम सहित गुरफतेह दी सांग आखो जी। वाहिगुरु जी का खालसा, वाहिगुरु जी की फतेह। सर्ब कला प्रभ पूर्णो, सर्ब कला प्रभ पूर्णो। मंज निमाणी थाओ, मंज निमाणी थाओ। हर ओट गही मन अंदरे, हर ओट गई मन अंदरे। जप जप जीवा नाओ, जप जप जीवा नाओ। कर कृपा प्रभ आपनी, कर कृपा प्रभ आपनी। जन तोड़ी संग समाओ, जन तूड़ी संग समाओ। जो तू राखै त्यों रहा, जो तू राखै त्यों रहा। तेरा दिता पैना खाओ, तेरा दिता पैना खाओ। उदम सोई कराए प्रभ, उदम सोई कराए प्रभ। मिल साधु गुण गाओ, मिल साधु गुण गाओ। दूजी जाए न सुझई, दूजी जाए न सुझई। किथै कूकण जाओ, किथै कूकण जाऊं। अज्ञान विनाशन तम हरण, ज्ञान विनाशन तम हरण। ऊंचे अगम अमाओ,
ਬੂਝੇ ਅਗਮ ਅਮਾਓ। ਮਨ ਵਿਛੜਿਆ ਹਰ ਮੇਲੀਐ, ਮਨ ਵਿਛੜਿਆ ਹਰ ਮੇਲੀਐ। ਨਾਨਕ ਇਹ ਸੁਆਉ, ਨਾਨਕ ਇਹ ਸੁਆਓ। ਸਰਬ ਕਲਿਆਣਾ ਤਿਤ ਦਿਨ, ਸਰਬ ਕਲਿਆਣਾ ਤਿਤ ਦਿਨ। ਹਰ ਪਰਸੀ ਗੁਰ ਕੇ ਪਾਉ, ਹਰ ਪਰਸੀ ਗੁਰ ਕੇ ਪਾਉ। ਮਨ ਵਿਛੜਿਆ ਹਰ ਮੇਲੀਐ, ਮਨ ਵਿਛੜਿਆ ਹਰ ਮੇਲੀਐ। ਨਾਨਕ ਇਹ ਸੁਆਉ, ਨਾਨਕ ਇਹ ਸੁਆਓ। ਸਰਬ ਕਲਿਆਣਾ ਤਿਤ ਦਿਨ, ਸਰਬ ਕਲਿਆਣਾ ਤਿਤ ਦਿਨ। ਹਰ ਪਰਸੀ ਗੁਰ ਕੇ ਪਾਉ। ਹਰ ਪਰਸੀ ਗੁਰ ਕੇ ਪਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਪਾਵਨ ਬਚਨਾਂ ਦੇ ਰਾਹੀਂ ਸਾਨੂੰ ਬਾਰ-ਬਾਰ ਇੱਕੋ ਹੀ ਗੱਲ ਦ੍ਰਿੜ ਕਰਾਈ ਹੈ ਕਿ ਦਿਨ ਰਾਤ ਉਸ ਮਾਲਕ ਦੇ ਨਾਲ ਜੁੜ ਪਰਮੇਸ਼ਰ ਦਾ ਆਸਰਾ ਆਪਣੇ ਜੀਵਨ ਦਾ ਆਧਾਰ ਬਣਾ। ਕਿਉਂਕਿ ਮਨੁੱਖੀ ਮਨ ਨੂੰ ਹੀ ਕਹਿਣਾ ਪੈਂਦਾ ਹੈ ਕਿ ਜਪ ਮਨ ਸਤਨਾਮ ਸਦਾ ਸਤਨਾਮ। ਜਿਸ ਗੱਲ ਦੇ ਉੱਤੇ ਗੁਰਬਾਣੀ ਨੇ ਜ਼ੋਰ ਦਿੱਤਾ ਹੈ ਕਿ ਹੇ ਮੇਰੇ ਮਨ ਸੱਚੇ ਨਾਮ ਨੂੰ ਜਪ, ਇਸ ਦਾ ਅਰਥ ਹੈ ਕਿ ਨਾਮ ਕੁਝ, ਇਹ ਮਨ ਕੁਝ ਹੋਰ ਜਪ ਰਿਹਾ ਸੀ ਜਾਂ ਮਨ ਕੁਝ ਹੋਰ ਜਪਦਾ ਹੈ, ਤੇ ਗੁਰੂ ਨੂੰ ਵਾਰ-ਵਾਰ ਕਹਿਣਾ ਪੈਂਦਾ ਹੈ ਕਿ ਤੂੰ ਸੱਚੇ ਨਾਮ ਨੂੰ ਜਪ। ਕਿਉਂਕਿ ਸਾਡੇ ਮਨ ਵਿੱਚ ਕਦੀ ਪਰਿਵਾਰ ਹੈ, ਕਦੀ ਸੰਸਾਰ ਹੈ, ਕਦੀ ਤਨ ਪਦਾਰਥ ਨੇ। ਇਸ ਮਨ ਦੇ ਅੰਦਰ ਕੁਛ ਨਾ ਕੁਛ ਚੱਲਦਾ ਰਹਿੰਦਾ ਹੈ, ਔਰ ਸੱਚ ਜਾਣਨਾ ਮਨ ਦੇ ਅੰਦਰ ਜੋ ਚੱਲ ਰਿਹਾ ਹੈ, ਮਨੁੱਖ ਦੇ ਮਨ ਰਾਹੀਂ ਇਹ ਗੱਲਾਂ ਪ੍ਰਗਟ ਹੁੰਦੀਆਂ ਨੇ। ਇੱਕ ਵਾਰੀ ਗੱਲ ਸ਼ਾਇਦ ਤੁਹਾਡੇ ਨਾਲ ਸਾਂਝੀ ਕੀਤੀ। ਅਸੀਂ ਆਪਣੇ ਉਸਤਾਦ ਜੀ ਨਾਲ ਜਾ ਰਹੇ ਸਨ, ਤੇ ਜਦੋਂ ਵੀ ਉਹਨਾਂ ਦੇ ਨਾਲ ਜਾਣਾ ਬੜਾ ਸੁਚੇਤ ਹੋ ਕੇ ਜਾਣਾ ਪੈਂਦਾ ਸੀ, ਕਿਉਂਕਿ ਰਸਤੇ ਵਿੱਚ ਜਾਂਦਿਆਂ ਕੋਈ ਵੀ ਬਾਣੀ ਦਾ ਪਾਠ ਸ਼ੁਰੂ ਕਰਾ ਲੈਂਦੇ ਸਨ। ਚਲੋ ਵੀ ਜਾਪ ਸਾਹਿਬ ਸੁਣਾਉਣਾ ਸ਼ੁਰੂ ਕਰੋ, ਹੋਰ ਕੋਈ ਔਖੀ ਬਾਣੀ ਦੇ ਦੇਣੀ, ਉਸਦਾ ਪਾਠ ਸੁਣਾਓ ਜਾਓ। ਫਿਰ ਗੱਲਾਂ ਬਾਤਾਂ ਜਿਹੜੀਆਂ ਗੁਰਮਤਿ ਦੀਆਂ ਚੱਲਦੀਆਂ ਰਹਿੰਦੀਆਂ ਸਨ। ਤੇ ਇੱਕ ਦਿਨ ਜਾ ਰਹੇ ਸਨ ਤੇ ਰਸਤੇ ਦੇ ਵਿੱਚ ਕੋਈ ਬੰਦਾ ਜਾ ਰਿਹਾ ਸੀ, ਉਸਨੂੰ ਰਸਤਾ ਪੁੱਛਿਆ। ਉਸ ਬੰਦੇ ਨੇ ਜਦੋਂ ਰਸਤਾ ਦੱਸਿਆ ਔਰ ਇਸ ਤਰੀਕੇ ਨਾਲ ਦੱਸਿਆ ਕਿ ਕਹਿਣ ਲੱਗਾ ਕਿ ਤੁਸੀਂ ਪਹਿਲਾ ਠੇਕਾ ਛੱਡ ਦੇਣਾ, ਦੂਜਾ ਠੇਕਾ ਛੱਡ ਦੇਣਾ, ਅਤੇ ਤੀਜਾ ਠੇਕਾ ਜਦੋਂ ਆਵੇਗਾ ਉਸਦੇ ਨਾਲ ਹੀ ਜਿਸ ਨਗਰ ਤੁਸੀਂ ਜਾਣਾ ਰਸਤਾ ਜਾ ਰਿਹਾ ਹੈ। ਹੁਣ ਸਾਡੇ ਵਾਸਤੇ ਇਹ ਆਮ ਗੱਲ ਸੀ, ਤੇ ਸਾਨੂੰ ਇੱਕ ਸਵਾਲ ਕੀਤਾ ਸਾਡੇ ਉਸਤਾਦ ਜੀ ਨੇ, ਦੱਸੋ ਇਸ ਮਨੁੱਖ ਦੇ ਮਨ 'ਚ ਕੀ ਚੱਲ ਰਿਹਾ। ਆਖਣ ਲੱਗੇ ਜੀ ਸਾਨੂੰ ਤੇ ਪਤਾ ਨਹੀਂ ਕੀ ਚੱਲ ਰਿਹਾ ਮਨੁੱਖ ਦੇ ਮਨ ਦੇ ਅੰਦਰ। ਆਖਣ ਲੱਗੇ ਇਸ ਮਨੁੱਖ ਦਾ ਬਹੁਤਾ ਵਾਸਤਾ ਜਿਹੜਾ ਹੈ ਉਹ ਠੇਕਿਆਂ ਦੇ ਨਾਲ ਹੈ। ਇਸ ਮਨੁੱਖ ਦਾ ਜੋ ਵਾਸਤਾ ਹੈ ਉਹ ਠੇਕਿਆਂ ਦੇ ਨਾਲ ਹੈ। ਜਿਸ ਥਾਂ ਤੇ ਅਸੀਂ ਮੁੜਨਾ ਸੀ ਉੱਥੇ ਭਗਤ ਰਵਿਦਾਸ ਜੀ ਦਾ ਇੱਕ ਮੰਦਿਰ ਸੀ, ਸੋਹੰਗ, ਬੜਾ ਵੱਡਾ ਮੰਦਿਰ, ਔਰ ਉਸ ਮੰਦਿਰ ਦੇ ਬਿਲਕੁਲ ਨਾਲ ਰਸਤਾ ਜਾਂਦਾ ਸੀ। ਉਸ ਤੋਂ ਪਹਿਲਾਂ ਇੱਕ ਠੇਕਾ ਸੀ, ਉਸ ਤੋਂ ਪਹਿਲਾਂ ਵੀ ਇੱਕ ਠੇਕਾ ਸੀ, ਉਸ ਤੋਂ ਪਹਿਲਾਂ ਵੀ ਇੱਕ ਠੇਕਾ ਸੀ। ਉਸਨੇ 3 ਠੇਕੇ ਦੱਸੇ। ਉਹਦੀ ਗੱਲ ਬਿਲਕੁਲ ਠੀਕ ਸੀ ਕਿ 3 ਠੇਕੇ ਨੇ ਸ਼ਰਾਬ ਦੇ। ਤੀਜੇ ਠੇਕੇ ਦੇ ਨਾਲ ਜਿਹੜਾ ਰਸਤਾ ਮੁੜੇਗਾ ਉਹ ਤੁਹਾਡੇ ਉਸ ਨਗਰ ਜਾ ਰਿਹਾ ਜਿੱਥੇ ਤੁਸੀਂ ਜਾਣਾ। ਉਹ ਆਖਣ ਲੱਗੇ ਕਿ ਮਨੁੱਖ ਦੇ ਮਨ ਨੂੰ ਕਿਵੇਂ ਪਹਿਚਾਣਾਂਗੇ ਕਿ ਮਨੁੱਖ ਦੇ ਮਨ ਦੇ ਅੰਦਰ ਚੱਲ ਕੀ ਰਿਹਾ। ਅਸੀਂ ਆਖਣ ਲੱਗੇ ਸਾਨੂੰ ਤੇ ਸੋਝੀ ਨਹੀਂ। ਆਖਣ ਲੱਗੇ ਮਨੁੱਖ ਦੇ ਅੰਦਰ ਜੋ ਚੱਲ ਰਿਹਾ ਮਨੁੱਖ ਦੇ ਬੋਲਾਂ ਦੇ ਰਾਹੀਂ ਉਹ ਪ੍ਰਗਟ ਹੁੰਦਾ ਹੈ, ਮਨੁੱਖ ਦੇ ਬਚਨਾਂ ਰਾਹੀਂ ਉਹ ਪ੍ਰਗਟ ਹੁੰਦਾ ਹੈ। ਹੁਣ ਇਸ ਦੇ ਅੰਦਰ
ਤਲਬ ਲੱਗੀ ਹੋਈ ਹੈ ਸ਼ਰਾਬ ਦੀ, ਤਲਬ ਲੱਗੀ ਹੈ ਨਸ਼ੇ ਦੀ, ਇਸ ਕਰਕੇ ਇਹਨੂੰ ਠੇਕੇ ਯਾਦ ਨੇ। ਨਾਮ ਦੀ ਤਲਬ ਨੇ, ਇਸ ਕਰਕੇ ਸੋਹੰਗ ਇਤਨਾ ਵੱਡਾ ਮੰਦਰ ਬਣਿਆ ਭਗਤ ਰਵਿਦਾਸ ਜੀ ਦਾ, ਉਹ ਚੇਤੇ ਨਹੀਂ। ਇਹ ਬੰਦਾ ਕਹਿ ਵੀ ਦਿੰਦਾ ਵੀ ਵੱਡਾ ਮੰਦਰ ਹੈ, ਨਾਲ ਹੀ ਰਸਤਾ ਜਾਂਦਾ, ਵਾਸਤਾ ਨਹੀਂ ਉਸਦਾ, ਉਹਦੇ ਨਾਲ ਕੋਈ ਨੇੜੇ ਤੇੜੇ ਦਾ ਸੰਬੰਧ ਵੀ ਨਹੀਂ, ਧਰਮ ਨਾਲ ਕੋਈ ਸੰਬੰਧ ਵੀ ਨਹੀਂ। ਇਸ ਕਰਕੇ ਅਸੀਂ ਦੇਖਦੇ ਹਾਂ ਕਿ ਮਨੁੱਖੀ ਮਨ ਦੇ ਅੰਦਰ ਸੰਸਾਰ ਚੱਲਦਾ ਹੈ, ਨਿਰੰਕਾਰ ਨਹੀਂ, ਪਰਿਵਾਰ ਚੱਲਦਾ ਹੈ, ਪਰਮਾਤਮਾ ਨਹੀਂ, ਤਨ ਚੱਲਦਾ ਹੈ, ਧਰਮ ਨਹੀਂ। ਇਸ ਕਰਕੇ ਗੁਰੂ ਰਾਮਦਾਸ ਪਿਤਾ ਨੇ ਵਚਨ ਕੀਤੇ ਕਿ ਜਪ ਮਨ ਸਤਨਾਮ ਸਦਾ ਸਤਨਾਮ, ਹੈ ਮੇਰੇ ਮਨ ਤੂੰ ਸੱਚੇ ਨਾਮ ਨੂੰ ਜਪ ਤੇ ਸਦਾ ਹੀ ਜਪ। ਹੁਣ ਮਨ ਪੁੱਛਦਾ ਹੈ ਵੀ ਤੁਸੀਂ ਕਹਿੰਦੇ ਹੋ ਨਾਮ ਨੂੰ ਜਪੋ, ਪਰਿਵਾਰ ਨੂੰ ਜਪਦਾ ਤੇ ਪਰਿਵਾਰ ਮੇਰੀ ਸੇਵਾ ਕਰਦਾ, ਧਨ ਨੂੰ ਜਪਦਾ ਧਨ ਮੇਰੀ ਸੇਵਾ ਕਰਦਾ, ਸੰਸਾਰ ਨੂੰ ਜਪਦਾ ਸੰਸਾਰ ਮੇਰੀ ਸੇਵਾ 'ਚ ਖੜਾ ਹੁੰਦਾ ਹੈ, ਨਿਰੰਕਾਰ ਕੀ ਦੇਗਾ? ਜੇ ਪਰਮਾਤਮਾ ਨੂੰ ਜਪੀਏ, ਪਰਮਾਤਮਾ ਕੀ ਕਰੇਗਾ? ਸਤਿ ਕਹਿੰਦੇ ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸਤਿ ਕਹਿੰਦੇ ਤੂੰ ਨਿਤਾ ਪ੍ਰਤੀ ਉਸ ਨਿਰੰਜਨ ਨੂੰ ਸਿਮਰ, ਉਸ ਪਰਮਾਤਮਾ ਨੂੰ ਸਿਮਰ, ਤਾਂ ਜਾ ਕੇ ਕਿਤੇ ਤੇਰਾ ਇਹ ਲੋਕ ਤੇ ਪਰਲੋਕ ਸੁਹੇਲਾ ਹੋਵੇਗਾ। ਹੁਣ ਜਪਣ ਦਾ ਤਰੀਕਾ ਕੀ ਹੈ? ਅਸਲ ਵਿੱਚ ਅਸੀਂ ਜਪਦੇ ਹਾਂ ਆਪਣੇ ਆਪਣੇ ਤਰੀਕੇ ਨਾਲ, ਪਰ ਉਸ ਮਾਲਕ ਨੂੰ ਜਪਣ ਦਾ ਤਰੀਕਾ ਹੈ ਨਿਮਾਣੇ ਬਣ ਕੇ, ਨੀ ਆਸਰੇ ਬਣ ਕੇ। ਕਿਉਂਕਿ ਜਦੋਂ ਅਸੀਂ ਜਪਦੇ ਹਾਂ ਕੋਈ ਆਸਰਾ ਹੋਰ ਵੀ ਮਨ 'ਚ ਰੱਖਿਆ ਹੁੰਦਾ ਤੇ ਰੱਬ ਨੂੰ ਵੀ ਜਪ ਰਹੇ ਹੁੰਦੇ ਆ, ਗੁਰੂ ਦੇ ਅੱਗੇ ਵੀ ਮੱਥਾ ਟੇਕ ਰਹੇ ਹੁੰਦੇ ਨੇ, ਪਰ ਸਾਨੂੰ ਕਈ ਵਾਰੀ ਆਸ ਹੋਰਾਂ 'ਤੇ ਵੀ ਹੁੰਦੀ ਹੈ। ਕਿਉਂਕਿ ਸਾਡਾ ਜਿਹੜਾ ਮਨ ਹੈ ਉਹ ਪੂਰਨ ਤੌਰ ਤੋਂ ਇੱਕ ਪਾਸੇ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਸਾਨੂੰ ਲੱਗਦਾ ਕਿ ਜਿਹੜੀ ਸ਼ਕਤੀਆਂ ਨੇ, ਜਿਹੜੀ ਪਾਵਰ ਹੈ, ਜਿਹੜੀ ਤਾਕਤ ਹੈ, ਉਹ ਕਿਸੇ ਹੋਰ ਕੋਲ ਵੀ ਹੈ। ਪਰ ਸਤਿਗੁਰ ਇੱਥੇ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੇ ਨੇ ਕਿ ਸਰਬ ਕਲਾ ਪ੍ਰਭ ਪੂਰਨੋ, ਹੇ ਭਾਈ ਪਰਮਾਤਮਾ ਜਿਹੜਾ ਉਹ ਸਾਰੀਆਂ ਸ਼ਕਤੀਆਂ ਦੇ ਨਾਲ ਭਰਪੂਰ ਹੈ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਔਰ ਉਸਦੇ ਕੋਲ ਸਾਰੀਆਂ ਸ਼ਕਤੀਆਂ ਨੇ, ਉਹ ਪੂਰਨ ਹੈ, ਉਹਦੇ ਵਿੱਚ ਕੋਈ ਘਾਟ ਨਹੀਂ ਹੈ। ਉਹ ਸਾਰੀਆਂ ਸ਼ਕਤੀਆਂ ਦਾ, ਸਾਰੀਆਂ ਤਾਕਤਾਂ ਦਾ ਮਾਲਕ ਹੈ ਪਰਮਾਤਮਾ। ਅਸੀਂ ਕਿਉਂ ਜਪਦੇ ਹਾਂ ਹੋਰ ਨੂੰ? ਕਿਉਂਕਿ ਸਾਨੂੰ ਲੱਗਦਾ ਵੀ ਸ਼ਾਇਦ ਇੱਥੋਂ ਵੀ ਕੋਈ ਸਾਡੇ 'ਤੇ ਕਿਰਪਾ ਆ ਜਾਵੇਗੀ। ਅੱਜ ਤਾਂ ਬੜੇ ਨੇ ਜਿਹੜੇ ਕਿ ਕਿਰਪਾ ਵੰਡੀ ਜਾਂਦੇ ਲੋਕਾਂ ਨੂੰ। ਕਿਰਪਾ ਰੁਕੀ ਹੋਈ ਹੈ, ਇਸ ਤਰੀਕੇ ਨਾਲ ਕਿਰਪਾ ਆਵੇਗੀ। ਪਰ ਸੱਚ ਇਹ ਹੈ ਕਿ ਸਾਰੇ ਸੰਸਾਰ ਵਿੱਚ ਸਾਰੀਆਂ ਤਾਕਤਾਂ ਦਾ ਜੋ ਮਾਲਕ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਪਹਿਲੀ ਗੱਲ ਤਾਂ ਮਨ ਵਿੱਚ ਇਹ ਧਾਰਨ ਕਰਨੀ ਪੈਣੀ ਹੈ ਕਿ ਸਭ ਤੋਂ ਵੱਡਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਜਿਸ ਤਰ੍ਹਾਂ ਸਿੱਖ ਨੂੰ ਮਹਾਰਾਜ ਨੇ ਕਿਹਾ ਨਾ, ਗੁਰੂ ਅਰਜਨ ਦੇਵ ਜੀ ਨੇ, ਸਦੋਂ ਕਹਿੰਦੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਗੱਲ ਪਹਿਲਾਂ ਨੋਟ ਕਰੀਏ ਜੀਵਨ ਦੇ ਅੰਦਰ ਕਿ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ। ਕੀ ਸਾਨੂੰ ਭਰੋਸਾ ਹੋ ਗਿਆ ਵੀ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ? ਜੇ ਸਭ ਤੋਂ ਵੱਡਾ ਸਤਿਗੁਰ ਨਾਨਕ ਹੈ, ਫਿਰ ਮੈਂ ਗੁਸਤਾਖੀ ਮਾਫ ਕਰ ਦੇਣਾ, ਫਿਰ ਸਿੱਖ ਨੂੰ ਲੋੜ ਨਹੀਂ ਕਿਸੇ ਹੋਰ ਥਾਂ 'ਤੇ ਨਕਮਸਤਕ ਹੋਣ ਦੀ। ਫਿਰ ਨਾ ਤਾਂ ਇਹਨੂੰ ਸ਼ਨੀ ਦੇ ਮੰਦਰ ਅੱਗੇ ਜਾ ਕੇ ਨੱਕ ਰਗੜਨ ਦੀ ਲੋੜ ਹੈ, ਨਾ ਇਹਨੂੰ ਮਜ਼ਾਰਾਂ ਦੇ ਉੱਤੇ ਜਾਣ ਦੀ ਲੋੜ ਹੈ, ਨਾ ਪੀਰਾਂ ਦੀ ਕਬਰਾਂ ਦੇ ਉੱਤੇ ਜਾਣ ਦੀ ਲੋੜ ਹੈ। ਪਰ ਜਿਹੜਾ ਇਹ ਗੱਲ ਕਹਿੰਦਾ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ, ਉਹ ਪੀਰਾਂ 'ਤੇ ਵੀ ਜਾ ਰਿਹਾ, ਕਬਰਾਂ 'ਤੇ ਵੀ ਜਾ ਰਿਹਾ। ਉਸ ਗੁਰੂ ਨਾਨਕ ਦਾ ਬਰੋਸਾਇਆ ਅੰਮ੍ਰਿਤ ਉਹ ਵੀ ਛਕਿਆ ਹੋਇਆ, ਕਿਰਪਾਨਾਂ ਵੀ ਪਾਈਆਂ ਹੋਈਆਂ ਨੇ, ਫਿਰ ਵੀ ਪੀਰਾਂ ਦੀ ਮਜ਼ਾਰਾਂ 'ਤੇ ਚਾਦਰਾਂ ਚੜ੍ਹਾ ਰਿਹਾ ਹੈ, ਉੱਥੇ ਜਾ ਕੇ ਪ੍ਰੋਗਰਾਮਾਂ ਵਿੱਚ ਸ਼ਾਮਿਲ ਹੋ ਰਿਹਾ, ਉੱਥੇ ਜਾ ਕੇ ਲੰਗਰ ਲਾ ਰਿਹਾ। ਇਸ ਦਾ ਅਰਥ ਹੈ ਸਿੱਖ ਨੂੰ ਅਜੇ ਇਹ ਵਿਸ਼ਵਾਸ ਨਹੀਂ ਹੋਇਆ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ। ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਨਾਨਕ ਸਭ ਤੋਂ ਵੱਡਾ ਹੈ। ਕਿਉਂ ਵੱਡਾ ਹੈ ਪਤਾ? ਸਤਿਗੁਰ ਕਹਿੰਦੇ ਨੇ ਕਿ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸਹਿ ਲਏ ਮਿਲਾਏ। ਜੀ ਉਹ ਸਤਿਗੁਰ ਉਹੀ ਹੈ ਜਿਹੜਾ ਸਾਰਿਆਂ ਨੂੰ ਆਪਣੇ ਵਿੱਚ ਮਿਲਾ ਲਵੇ।
ਤੇ ਇੱਕ ਗੁਰੂ ਨਾਨਕ ਸੀ ਜੋ ਸਾਰਿਆਂ ਨੂੰ ਆਪਣੇ ਵਿੱਚ ਮਿਲਾ ਸਕਿਆ। ਗੁਰੂ ਨਾਨਕ ਨੇ ਸਾਰਿਆਂ ਨੂੰ ਆਪਣੇ ਨਾਲ ਜੋੜਿਆ। ਗੁਰੂ ਨਾਨਕ ਨੂੰ ਮੰਨਣ ਵਾਲੇ ਮੁਸਲਮਾਨ ਵੀ ਹੋਏ, ਬੋਧੀ ਵੀ ਹੋਏ, ਜੈਨੀ ਵੀ ਹੋਏ, ਈਸਾਈ ਵੀ ਹੋਏ ਔਰ ਬਾਕੀ ਧਰਮਾਂ ਵਾਲੇ ਵੀ ਗੁਰੂ ਨਾਨਕ ਨੂੰ ਮੰਨਣ ਵਾਲੇ ਬਣੇ। ਗੁਰੂ ਨਾਨਕ ਦੇ ਕੋਲ ਜਿਹੜਾ ਆਇਆ, ਗੁਰੂ ਨਾਨਕ ਨੇ ਸਾਰਿਆਂ ਨੂੰ ਆਪਣੇ ਨਾਲ ਮੇਲ ਲਿਆ। ਕਿਉਂ ਗੁਰੂ ਨਾਨਕ ਨੂੰ ਰੰਗ ਦਾ, ਜਾਤ ਦਾ, ਦੇਸ਼ ਦਾ, ਪ੍ਰਾਂਤ ਦਾ, ਬੋਲੀ ਦਾ ਗੁਰੂ ਨਾਨਕ ਦੀ ਨਜ਼ਰ 'ਚ ਕੋਈ ਵਿਤਕਰਾ ਨਹੀਂ ਹੈ। ਅੱਜ ਦੇ ਸਿੱਖਾਂ 'ਚ ਹੈਗਾ, ਅੱਜ ਦੇ ਸਿੱਖ ਵਿਤਕਰਾ ਰੱਖਦੇ ਆ, ਪਰ ਗੁਰੂ ਨਾਨਕ ਦੇ ਅੰਦਰ ਕੋਈ ਵਿਤਕਰਾ ਨਹੀਂ ਹੈ ਵੀ ਕਿਹੜੇ ਪ੍ਰਾਂਤ ਦਾ, ਕਿਹੜੀ ਬੋਲੀ ਬੋਲਣ ਵਾਲਾ ਕੀ ਬੋਲਦਾ ਹੈ। ਗੁਰੂ ਨਾਨਕ ਨੂੰ ਤੇਲਗੂ ਵੀ ਪ੍ਰਵਾਨ ਹੈ, ਗੁਰੂ ਨਾਨਕ ਨੂੰ ਮਦਰਾਸੀ ਵੀ ਪ੍ਰਵਾਨ ਹੈ, ਗੁਰੂ ਨਾਨਕ ਨੂੰ ਦੂਜੇ ਤੀਜੇ ਸਾਰੇ ਪ੍ਰਵਾਨ ਨੇ। ਗੁਰੂ ਨਾਨਕ ਨੂੰ ਬੰਗਾਲੀ ਵੀ ਪ੍ਰਵਾਨ ਹੈ, ਗੁਰੂ ਨਾਨਕ ਨੂੰ ਬਿਹਾਰੀ ਵੀ ਪ੍ਰਵਾਨ ਹੈ, ਗੁਰੂ ਨਾਨਕ ਇੱਕ ਬੰਦਾ ਪ੍ਰਵਾਨ ਹੈ, ਸਾਨੂੰ ਨਹੀਂ ਹੈ। ਅਸੀਂ ਕਹਿੰਦੇ ਹਾਂ ਕਿ ਅਸੀਂ ਇਸ ਧਰਮ ਦਾ ਪ੍ਰਚਾਰ ਕਰ ਰਹੇ ਹਾਂ, ਔਰ ਜਿਸ ਤਰੀਕੇ ਦੇ ਨਾਲ ਅਸੀਂ ਖੁਆਰ ਹੋਏ ਹਾਂ, ਗੁਸਤਾਖੀ ਮਾਫ ਹੋਏ ਹਾਂ, ਕਿਉਂਕਿ ਸਾਡੇ ਹਾਲਤ ਇੱਦਾਂ ਦੀ ਬਣ ਗਈ ਕਿ ਅਸੀਂ ਗੁਰੂ ਨਾਨਕ ਨੂੰ ਵੱਡਾ ਕਰਕੇ ਨਾ ਜਾਣਿਆ, ਨਾ ਸਮਝਣ ਦਾ ਯਤਨ ਕੀਤਾ। ਸਗੋਂ ਇੱਕ ਗੁਰਮੁਖ ਸੱਜਣ ਕੱਲ੍ਹ ਗੱਲ ਚੱਲ ਰਹੀ ਸੀ ਕਿ ਮੈਂ ਜ਼ਿਆਦਾਤਰ VVIP ਜਿਹੜੇ ਸਿੱਖ ਨੇ ਉਹਨਾਂ ਦੇ ਘਰ ਜਾਂਦਾ। ਕਹਿੰਦੇ ਤੁਸੀਂ ਹੈਰਾਨ ਹੋਵੋਗੇ ਕਿ ਉਹਨਾਂ ਦੇ ਘਰ ਵਿੱਚ ਕੀਰਤਨ ਕਰਨ ਤੋਂ ਬਾਅਦ ਨਾਲ ਹੀ ਕਹਿੰਦੇ ਨੇ ਕੋਈ ਮਾਤਾ ਦੀਆਂ ਭੇਟਾਵਾਂ ਲਾ ਲੈਂਦਾ, ਕੈਸਟਾਂ, ਕੋਈ ਦੂਜਾ ਤੇਰਾ ਪੀਰਾਂ ਦੀ ਕਬਾਲੀਆਂ ਲਾ ਕੇ ਬਹਿ ਜਾਂਦਾ। ਕੀਰਤਨ ਅਜੇ ਸਮਾਪਤ ਨਹੀਂ ਹੋਇਆ ਹੁੰਦਾ, ਅਰਦਾਸ ਨਹੀਂ ਪੂਰੀ ਹੋ ਜਾਂਦੀ, ਪਹਿਲਾਂ ਹੀ ਦੂਜੇ ਲੱਗ ਜਾਂਦੇ ਨੇ। ਜੇ ਉਹਨਾਂ ਦੇ ਬੱਚੇ ਕਹਿੰਦੇ ਭਾਈ ਆਪਾਂ ਕੀਰਤਨ ਕਰਾਇਆ, ਤਾਂ ਬਜ਼ੁਰਗ ਕਹਿੰਦੇ ਨੇ ਇਹ ਵੀ ਤਾਂ ਰੱਬ ਦੀਆਂ ਗੱਲਾਂ ਨੇ। ਇਹਦਾ ਅਰਥ ਤੁਸੀਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਨੂੰ ਸਮਝਿਆ ਹੀ ਨਹੀਂ। ਦੇਖੋ ਉਹਨਾਂ ਦਾ ਧਰਮ, ਜਿਨ੍ਹਾਂ ਦਾ ਧਰਮ ਹੈ ਉਹਨਾਂ ਨੂੰ ਮੁਬਾਰਕ ਹੈ। ਕੋਈ ਕਬਾਲੀਆਂ ਲਾਵੇ ਉਹਨਾਂ ਨੂੰ ਮੁਬਾਰਕ ਹੈ, ਕੋਈ ਮਾਤਾ ਦੀ ਭੇਟਾ ਲਾਵੇ ਉਹਨਾਂ ਨੂੰ ਮੁਬਾਰਕ ਹੈ, ਪਰ ਸਿੱਖਾ ਤੂੰ ਤੇ ਗੁਰੂ ਨਾਨਕ ਦਾ। ਹੁਣ ਜਦ ਸਾਡਾ ਇਹ ਸੁਭਾਅ ਹੈ, ਉਹ ਕਹਿੰਦੇ ਇਹ ਵੀ ਤੇ ਰੱਬ ਦਾ ਹੀ ਨਾਮ ਹੈ। ਪਰ ਖਿਆਲ ਕਰਨਾ, ਰੱਬ ਦਾ ਨਾਮ ਤਾਂ ਭਾਈ ਲਹਿਣਾ ਜੀ ਪਹਿਲਾਂ ਵੀ ਕਰਦੇ ਸਨ, ਪੂਰੀ ਪੂਰੀ ਰਾਤ ਜਗਰਾਤੇ ਕਰਦੇ ਸਨ, ਵੈਸ਼ਨੋ ਦੇਵੀ ਜਾਂਦੇ ਸਨ। ਅਸੀਂ ਧਰਮ ਨੂੰ ਸਮਝਿਆ ਨਹੀਂ, ਗੁਰੂ ਨਾਨਕ ਦੀ ਫਿਲਾਸਫੀ ਨੂੰ ਸਮਝਿਆ ਨਹੀਂ। ਇਸ ਕਰਕੇ ਅਸੀਂ ਅੱਧੇ ਅਧੂਰੇ ਅਟਕੇ ਹੋਏ ਹਾਂ, ਅਸੀਂ ਜੀਵਨ ਵਿੱਚ ਸਫਲ ਨਹੀਂ ਹੋ ਰਹੇ। ਉਸ ਕਰਕੇ ਕਿਉਂਕਿ ਅਸੀਂ ਗੁਰੂ ਨਾਨਕ ਨੂੰ ਜਾਣਿਆ ਨਹੀਂ। ਫਿਰ ਗੁਰੂ ਨਾਨਕ ਦੇ ਉੱਤੇ ਪੂਰਾ ਯਕੀਨ ਨਹੀਂ ਕੀਤਾ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ। ਅਸੀਂ ਸ਼ਬਦ ਪੜ੍ਹਾ ਲਿਆ ਰਾਗਿਆਂ ਨੂੰ ਕਹਿ ਕੇ ਕਿ ਸ਼ਬਦ ਪੜ੍ਹਦੇ ਹੋ ਜਿਸਕੇ ਸਿਰ ਉੱਪਰ ਤੋਂ ਸੁਆਮੀ, ਪਰ ਕਦੀ ਉਸ ਨੂੰ ਹਿਰਦੇ 'ਚ ਨਹੀਂ ਵਸਾਇਆ ਕਿ ਮਾਲਕ ਦਾ ਹੱਥ ਸਿਰ 'ਤੇ ਹੋਵੇ ਤੇ ਕੀ ਮਿਲਦਾ ਹੈ। ਇਸ ਕਰਕੇ ਗੁਰੂ ਸਾਹਿਬ ਇਸ ਸ਼ਬਦ ਦੇ ਰਾਹੀਂ ਸਾਨੂੰ ਸਮਝਾ ਰਹੇ ਨੇ, ਭਾਈ ਗੁਰਸਿੱਖੋ, ਸਰਬ ਕਲਾ ਪ੍ਰਭ ਪੂਰਨੋ, ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਪਰਮਾਤਮਾ ਪੂਰਨ ਹੈ। ਪਾਓ ਕਿ ਪਰਮਾਤਮਾ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈ। ਤੂੰ ਕਰਨਾ ਕੀ ਹੈ? ਮੰਜ ਨਿਮਾਣੀ ਥਾਉ। ਮੰਜ, ਮੰਜ ਦਾ ਅਰਥ ਹੁੰਦਾ ਮੇਰਾ, ਨਿਮਾਣੀ ਦਾ ਅਰਥ ਹੈ ਨਿਮਾਣੀ, ਥਾਉ ਦਾ ਅਰਥ ਹੈ ਆਸਰਾ। ਮੈਂ ਨਿਮਾਣੀ ਦਾ, ਤੂੰ ਹੀ ਆਸਰਾ ਹੈ, ਹੇ ਪ੍ਰਭੂ। ਗੁਰੂ ਅਰਜਨ ਦੇਵ ਜੀ ਆਖ ਰਹੇ ਨੇ, ਜਿਵੇਂ ਗੁਰੂ ਅੰਗਦ ਦੇਵ ਜੀ ਨੇ ਆਖਿਆ ਸੀ, ਜਦੋਂ ਧਾਰਨਕ ਰੂਪ ਕਹਿੰਦੇ ਧਾਰਨ ਕੀਤਾ, ਲੋਕਾਂ ਦੀ ਪਰਖ ਕੀਤੀ ਬਾਬੇ ਨਾਨਕ ਨੇ, ਤਾਂ ਉਸ ਵੇਲੇ ਸਾਰੇ ਦੌੜ ਗਏ ਸਨ, ਲਾਸਟ ਭਾਈ ਲਹਿਣਾ ਬਚਿਆ। ਕਿਉਂਕਿ ਮੈਂ ਪੂਰੀ ਸਾਖੀਆਂ ਨਹੀਂ ਸੁਣਾਉਂਦਾ, ਕੇਵਲ ਆਪਾਂ ਉਸ ਦੇ ਵਿੱਚੋਂ ਤੱਤ ਲੈਣਾ, ਆਪਾਂ ਕੇਵਲ ਗੁਰਮਤਿ ਲੈਣੀ ਉਹਦੇ ਵਿੱਚ। ਹੁਣ ਭਾਈ ਲਹਿਣਾ ਜੀ ਜਦੋਂ ਇਕੱਲੇ ਰੁਕਦੇ ਨੇ ਤੇ ਇੱਕ ਗੱਲ ਪੁੱਛਦੇ ਨੇ, ਸਾਹਿਬ ਗੁਰੂ ਨਾਨਕ ਪਾਤਸ਼ਾਹ, ਭਾਈ ਲਹਿਣਿਆ ਤੂੰ ਕਿਉਂ ਨਹੀਂ ਗਿਆ? ਸਾਰੇ ਚਲੇ ਗਏ ਨੇ। ਪਿਆਰ ਵਾਲਿਓ, ਸੱਚ ਜਾਣਨਾ, ਭਾਈ ਲਹਿਣਾ ਜੀ ਨੇ ਆਖਿਆ ਸੀ, ਸਤਿਗੁਰ ਕਿੱਥੇ ਜਾਵਾਂ, ਮੇਰਾ ਕੋਈ ਟਿਕਾਣਾ ਨਹੀਂ, ਕੋਈ ਆਸਰਾ ਨਹੀਂ, ਕੋਈ ਥਾਂ ਨਹੀਂ। ਮੈਂ ਤਾਂ ਨਿਮਾਣਾ ਜਿਹਾ ਤੇਰਾ ਸੇਵਕ ਹਾਂ, ਔਰ ਮੇਰਾ ਆਸਰਾ ਕੇਵਲ ਤੇਰੇ ਚਰਨ ਨੇ। ਇਤਨੀ ਗੱਲ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਨੇ ਗਲਵੱਕੜੀ ਵਿੱਚ ਲੈ ਲਿਆ, ਕਿਉਂਕਿ ਗੁਰੂ ਨਾਨਕ ਨੂੰ ਪੱਕਾ ਪਤਾ ਸੀ ਕਿ ਅੰਦਰੋਂ ਇਹ ਸਾਰੇ ਆਸਰੇ ਗਵਾ ਚੁੱਕੇ ਹੈ। ਇਹ ਭਾਵੇਂ ਪੂਰੀ ਪੂਰੀ ਰਾਤ ਮਾਤਾ ਦੀਆਂ ਭੇਟਾਵਾਂ ਗਾਉਂਦਾ ਰਿਹਾ, ਪਰ ਹੁਣ ਯਕੀਨ ਕੋਈ ਨਹੀਂ ਰੱਖਦਾ। ਇਹ ਸੱਚ ਜਾਣਨਾ ਸੀ ਤਾਂ ਫਿਰ ਉੱਥੇ ਜੁੜੇ ਹੋਏ ਹਾਂ।
ਸਿੱਖਾਂ ਦੇ 95% ਘਰ ਐਸੇ ਨੇ ਗੁਸਤਾਖੀ ਮਾਫ, ਜਿਨ੍ਹਾਂ ਦੇ ਘਰ ਵਿੱਚ ਦੁਰਗਾ ਦੀ ਫੋਟੋ, ਸਾਰੀਆਂ ਮਾਤਾਵਾਂ ਦੀ ਫੋਟੋਆਂ, ਹੋਰ ਸਾਰੇ ਪੀਰਾਂ ਫਿਕਰਾਂ ਦੇ ਫੋਟੋਆਂ ਲੱਗੀਆਂ ਨੇ। ਧੂਪਤੀਆਂ ਦੇ ਨਿਰੋ ਸਿੱਖ ਫਿਰ ਕਹਿੰਦੇ ਨੇ ਸਭ ਤੋਂ ਵੱਡਾ ਸਤਿਗੁਰੂ ਨਾਨਕ। ਉਹ ਸਭ ਤੋਂ ਵੱਡਾ ਸਤਿਗੁਰੂ ਨਾਨਕ ਮੰਨਿਆ ਸੀ ਭਾਈ ਲਹਿਣਾ ਜੀ ਨੇ, ਜਿਸ ਨੇ ਕਿ ਸਭ ਕੁਝ ਛੱਡ ਗੁਰੂ ਨਾਨਕ ਦੇ ਚਰਨ ਫੜ ਕੇ ਆਖਿਆ ਸੀ, ਕਹਿੰਦੇ ਨੇ ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ ਜਾਨ ਲਗ ਚਿਤ ਨਾ ਆਵੇ। ਗੁਰੂ ਨਾਨਕ ਨੂੰ ਭਾਈ ਲਹਿਣਾ ਜੀ ਨੇ ਮੰਨਿਆ ਸੀ, ਸਭ ਕੁਝ ਵਿਸਾਰ ਦਿੱਤਾ ਜੀਵਨ 'ਚੋਂ, ਸਾਰੀਆਂ ਚੀਜ਼ਾਂ ਪਿਆਰ ਵਾਲਿਓ ਪਾਸੇ ਕਰ ਦਿੱਤੀਆਂ। ਇੱਕੋ ਹੀ ਆਸਰਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਤੱਕਿਆ, ਮਾਲਕ ਪ੍ਰਭੂ ਦਾ ਤੱਕਿਆ। ਗੁਰੂ ਨਾਨਕ ਨੂੰ ਕਿਹਾ ਕਿਸੇ ਦਾ ਕੋਈ ਹੋਰ ਆਸਰਾ ਹੋ ਸਕਦਾ ਹੈ? ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਮੈਂ ਨਿਮਾਣੀ ਦਾ ਆਸਰਾ ਸਹਾਰਾ, ਹੈ ਅਕਾਲ ਪੁਰਖ, ਹੈ ਗੁਰੂ ਨਾਨਕ, ਮੇਰੇ ਵਾਸਤੇ ਸਭ ਕੁਝ ਤੂੰ ਹੀ ਹੈ, ਮੇਰਾ ਆਸਰਾ ਤੂੰ ਹੈ। ਇਹ ਕੌਣ ਕਹਿ ਸਕਦਾ ਹੈ? ਜਿਸ ਨੇ ਅੰਦਰੋਂ ਹੋਰ ਦੀਆਂ ਆਸਾਵਾਂ ਛੱਡ ਦਿੱਤੀਆਂ, ਜਿਸ ਦੇ ਜੀਵਨ ਵਿੱਚੋਂ ਇਹ ਸੰਸ਼ੇ ਭਰਮ ਖਤਮ ਹੋ ਗਏ ਕਿ ਪਰਮਾਤਮਾ ਵਰਗਾ ਕੋਈ ਹੋਰ ਵੀ ਹੋ ਸਕਦਾ ਹੈ, ਗੁਰੂ ਵਰਗਾ ਕੋਈ ਹੋਰ ਵੀ ਹੋ ਸਕਦਾ ਹੈ। ਜਿਨ੍ਹਾਂ ਨੂੰ ਇਹ ਹੈ ਉਹ ਕਦੀ ਪੂਰਨ ਤੌਰ ਤੋਂ ਗੁਰੂ ਨੂੰ ਸਮਰਪਿਤ ਨਹੀਂ ਹੋਣਗੇ, ਉਹ ਪੂਰਨ ਤੌਰ ਤੋਂ ਪਰਮਾਤਮਾ ਦੇ ਭਗਤ ਨਹੀਂ ਬਣ ਪਾਣਗੇ। ਇਸ ਕਰਕੇ ਗੁਰੂ ਸਾਹਿਬ ਆਖ ਰਹੇ ਨੇ ਕਿ ਉਹ ਪਰਮਾਤਮਾ ਸਾਰੀਆਂ ਸ਼ਕਤੀਆਂ ਨਾਲ ਭਰਪੂਰ ਹੈ ਤੇ ਮੈਂ ਨਿਮਾਣੀ ਦਾ ਉਹੀ ਹੈ। ਫਿਰ ਕਹਿਣ ਲੱਗੇ ਹਰ ਓਟ ਗਈ ਮਨ ਅੰਦਰੇ ਜਪ ਜਪ ਜੀਵਾ ਨਾਉ। ਸਤਿਗੁਰ ਆਖਦੇ ਨੇ ਕਿ ਮੈਂ ਮਨ ਦੇ ਅੰਦਰ ਪਰਮਾਤਮਾ ਦੀ ਓਟ ਗਈ ਦਾ ਅਰਥ ਹੁੰਦਾ ਫੜ ਲੈਣੀ। ਮੈਂ ਆਪਣੇ ਮਨ ਅੰਦਰ ਪਰਮਾਤਮਾ ਦੀ ਓਟ ਲੈ ਲਈ ਹੈ, ਪਰਮਾਤਮਾ ਦੀ ਓਟ ਫੜ ਲਈ ਹੈ। ਜਦੋਂ ਅਸੀਂ ਪਰਮਾਤਮਾ ਦੀ ਓਟ ਮਨ ਦੇ ਅੰਦਰ ਲੈ ਲਵਾਂਗੇ, ਮਨ ਪਾਓ ਫੁਰਨੇ, ਮਨ ਪਾਓ ਸਾਡੀਆਂ ਵਿਚਾਰਾਂ, ਮਨ ਪਾਓ ਸਾਡੇ ਖਿਆਲ, ਜਦੋਂ ਸਾਡੇ ਖਿਆਲ ਇਹ ਪੱਕੇ ਹੋ ਜਾਣਗੇ ਕਿ ਸਾਡੀ ਓਟ, ਸਾਡਾ ਆਸਰਾ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਫਿਰ ਕੀ ਹੋਵੇਗਾ? ਜਪ ਜਪ ਜੀਵਾ ਨਾਉ। ਮਹਾਰਾਜ ਕਹਿੰਦੇ ਫਿਰ ਮੈਂ ਨਾਮ ਜਪ ਜਪ ਕੇ ਆਤਮਿਕ ਜੀਵਨ ਮੇਰੇ ਅੰਦਰ ਪੈਦਾ ਹੁੰਦਾ। ਜਿਵੇਂ ਜਿਵੇਂ ਮੈਂ ਨਾਮ ਜਪਦਾ ਹਾਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ। ਇੱਕ ਤਾਂ ਅਕਾਲ ਪੁਰਖ ਦੀ ਓਟ ਲਈਏ, ਦੂਜੀ ਗੱਲ ਜੀਵਨ ਦੇ ਅੰਦਰ ਉਸ ਪਰਮਾਤਮਾ ਦੇ ਨਾਮ ਨੂੰ ਜਪੀਏ। ਬਾਰ-ਬਾਰ ਜੇ ਬਾਣੀ ਕਹਿੰਦੀ ਰੱਬ ਨੂੰ ਜਪੋ, ਰੱਬ ਨੂੰ ਜਪੋ, ਬਾਣੀ ਪੜ੍ਹੋ, ਪਿਆਰ ਵਾਲੇ ਉਸ ਦਾ ਇੱਕੋ ਹੀ ਮਕਸਦ ਹੈ। ਜਿਤਨੀ ਬਾਣੀ ਨਾਲ ਸਾਡੀ ਡੂੰਘੀ ਸਾਂਝ ਹੋਏਗੀ, ਬਾਕੀ ਚੀਜ਼ਾਂ ਸਾਡੇ ਜੀਵਨ ਵਿੱਚੋਂ, ਸਾਡੇ ਖਿਆਲਾਂ 'ਚੋਂ ਵਿਸਰ ਜਾਣਗੀਆਂ। ਕਿਉਂਕਿ ਜਿਹੜੀ ਚੀਜ਼ਾਂ ਅਸੀਂ ਜ਼ਿਆਦਾ ਦੇਖਦੇ ਹਾਂ, ਜਿਹੜੀਆਂ ਚੀਜ਼ਾਂ ਜ਼ਿਆਦਾ ਸੁਣਦੇ ਹਾਂ, ਜਿਹੜੀਆਂ ਚੀਜ਼ਾਂ ਜ਼ਿਆਦਾ ਸਾਡੇ ਸਾਹਮਣੇ ਨੇ, ਸਾਡਾ ਮਨ ਉਸ ਪਾਸੇ ਹੀ ਦੌੜਦਾ ਹੈ। ਇਸ ਕਰਕੇ ਸਿੱਖ ਨੇ ਬਾਣੀ ਨਾਲ ਸੰਬੰਧ ਬਣਾਉਣਾ ਹੈ, ਗੁਰਬਾਣੀ ਦੇ ਨਾਲ ਜੁੜਨਾ ਹੈ। ਸਤਿਗੁਰ ਕਹਿੰਦੇ ਨੇ ਇਸ ਤਰ੍ਹਾਂ ਮੈਂ ਆਤਮਿਕ ਜੀਵਨ ਪੈਦਾ ਕਰਦਾ, ਪਾਓ ਕਿ ਮੈਨੂੰ ਆਤਮਿਕ ਜੀਵਨ ਜਿਹੜਾ ਉਹ ਪ੍ਰਾਪਤ ਹੁੰਦਾ ਹੈ, ਮੇਰੇ ਅੰਦਰ ਪੈਦਾ ਹੁੰਦਾ ਉਹਦੇ ਨਾਮ ਨੂੰ ਜਪ ਜਪ ਕੇ। ਫਿਰ ਕਹਿਣ ਲੱਗੇ ਕਰ ਕਿਰਪਾ ਪ੍ਰਭ ਆਪਣੀ ਜੰਤੂੜੀ ਸੰਗ ਸਮਾਉ। ਆਖਣ ਲੱਗੇ ਹੇ ਪ੍ਰਭੂ ਆਪਣੀ ਕਿਰਪਾ ਕਰ, ਤੇਰੇ ਜਿਹੜੇ ਜਨ ਨੇ, ਸੇਵਕ ਨੇ, ਮੈਂ ਉਹਨਾਂ ਦੀ ਚਰਨ ਧੂੜੀ ਵਿੱਚ ਸਮਾਉਣ ਦਾ ਅਰਥ ਹੈ ਸਮਾਇਆ ਰਹਾਂ, ਉਹਨਾਂ ਦੀ ਸਤਸੰਗਤ ਵਿੱਚ ਜੁੜਿਆ ਰਵਾਂ। ਜਿਹੜੇ ਤੇਰੇ ਸੇਵਕ ਨੇ, ਤੇਰੇ ਭਗਤ ਨੇ, ਤੇਰੇ ਪਿਆਰੇ ਨੇ। ਅਸੀਂ ਸਤਸੰਗਤ ਵਿੱਚ ਇਸ ਕਰਕੇ ਆਉਣਾ ਹੈ ਕਿਉਂਕਿ ਇਹ ਸੰਗਤ ਦੀ ਬਰਕਤ ਹੀ ਹੈ, ਜਿਸ ਨੂੰ ਮਾਰਕ ਨੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਰਾਮਦਾਸ ਦਾ ਅਰਥ ਹੈ ਰਾਮ ਦੇ ਦਾਸਾਂ ਦਾ ਸਰੋਵਰ, ਸਤਸੰਗਤ। ਅਸੀਂ ਸਤਸੰਗਤ ਵਿੱਚ ਆਉਣਾ, ਇੱਥੇ ਆ ਕੇ ਇਸ਼ਨਾਨ ਕਰਨਾ ਹੈ। ਇਸ ਸਤਸੰਗਤ ਸਰੋਵਰ ਵਿੱਚ ਪਾਣੀ ਨਹੀਂ ਹੈ, ਇੱਥੇ ਬਾਣੀ ਹੈ। ਅਸੀਂ ਬਾਣੀ ਦੇ ਨਾਲ ਆਪਣੇ ਅੰਦਰ ਦਾ ਇਸ਼ਨਾਨ, ਪਾਣੀ ਨਾਲ ਅਸੀਂ ਘਰੋਂ ਇਸ਼ਨਾਨ ਕਰਕੇ ਆਉਣਾ। ਇੱਥੇ ਆ ਕੇ ਰਾਮ ਦੇ ਦਾਸਾਂ ਦਾ ਜੋ ਸਰੋਵਰ ਸਤਸੰਗਤ ਹੈ, ਇੱਥੇ ਬਾਣੀ ਦੇ ਨਾਲ ਆਪਣੇ ਅੰਦਰ ਦੀ ਸੁਰਤ ਦਾ ਇਸ਼ਨਾਨ ਕਰਾਉਣਾ ਹੈ। ਆਪਣੀ ਸੁਰਤ ਨੂੰ ਮਲ ਮਲ ਕੇ ਧੋਣਾ ਹੈ। ਆਪਣੇ ਮਨ ਦੇ ਅੰਦਰ ਜੋ ਪਾਪ ਨੇ ਉਹਨਾਂ ਨੂੰ ਮੁਕਾਉਣਾ ਹੈ। ਆਪਣੀ ਮਤ ਨੂੰ ਨਿਰਮਲ ਕਰਨਾ ਹੈ। ਤੁਸੀਂ ਰੋਜ਼ ਹੀ ਪੜ੍ਹਦੇ ਹੋ, ਭਰੀ ਹੈ ਮਤ ਪਾਪਾਂ ਕੈ ਸੰਗ, ਉਹ ਧੋਪ ਹੈ ਨਾਵੇਂ ਕੈ ਰੰਗ।
ਇੱਕ ਹੋਰ ਦਾਸ ਬੇਨਤੀ ਕਰੇ, ਕੋਈ ਸਰੋਵਰ ਦੇ ਕੋਲ ਨੂੰ ਆ ਕੇ ਲੰਘ ਜਾਏ ਔਰ ਉਸ ਦੇ ਵਿੱਚ ਚੁੱਭੀ ਨਾ ਮਾਰੇ ਤਾਂ ਗੁਸਤਾਖੀ ਮਾਪ, ਸਰੀਰ ਪਵਿੱਤਰ ਨਹੀਂ ਹੁੰਦਾ। ਕੋਈ ਗੁਰੂ ਦੀ ਸੰਗਤ ਵਿੱਚ ਆ ਕੇ ਘੁੰਮ ਕੇ ਲੰਘ ਜਾਏ ਪਰ ਇੱਥੇ ਆ ਕੇ ਆਪਣੀ ਸੁਰਤ ਦੀ ਚੁੱਭੀ ਨਾ ਲਾਏ ਤੇ ਸੁਰਤ ਨਿਰਮਲ ਨਹੀਂ ਹੁੰਦੀ। ਸੁਰਤ ਨੂੰ ਜੇ ਨਿਰਮਲ ਕਰਨਾ ਹੈ ਫਿਰ ਇੱਥੇ ਚੁੱਭੀ ਲਾਣੀ ਹੀ ਪੈਣੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਆਪਣੀ ਕਿਰਪਾ ਕਰ, ਤੇਰੇ ਜਿਹੜੇ ਸੇਵਕ ਨੇ, ਤੇਰੇ ਜਿਹੜੇ ਜਨ ਨੇ, ਉਹਨਾਂ ਦੀ ਧੂੜੀ ਦੇ ਵਿੱਚ ਮੈਂ ਸਮਾਇਆ ਰਹਾਂ। ਫਿਰ ਕਹਿਣ ਲੱਗੇ, ਜੋ ਤੂੰ ਰਾਖੈ ਤਿਉ ਰਹਾਂ, ਤੇਰਾ ਦਿੱਤਾ ਪਹਿਨਾ ਖਾਉ। ਹੇ ਮੇਰੇ ਮਾਲਕ, ਜਿਵੇਂ ਤੂੰ ਮੈਨੂੰ ਰੱਖੇ ਉਸ ਤਰ੍ਹਾਂ ਰਵਾਂ, ਭਾਵ ਕਿ ਤੇਰੀ ਰਜ਼ਾ ਵਿੱਚ ਮੈਂ ਰਾਜੀ ਰਵਾਂ। ਤੇਰੀ ਰਜ਼ਾ ਨੂੰ, ਤੇਰੇ ਹੁਕਮ ਨੂੰ, ਤੇਰੇ ਕੀਤੇ ਨੂੰ ਮੈਂ ਖੁਸ਼ੀ ਨਾਲ ਪ੍ਰਵਾਨ ਕਰ ਲਵਾਂ। ਸਾਡੀ ਹਾਲਤ ਤਾਂ ਐਸੀ ਹੈ ਕਿ ਮਿੱਠਾ ਸਭ ਮੰਗੈ, ਕੌੜਾ ਕੋਈ ਨਾ ਮੰਗੈ। ਸਭ ਮਿੱਠਾ ਮੰਗ ਦੇਖਿਆ ਖਸਮ ਭਾਵੈ ਸੋ ਕਰੇ। ਅਸੀਂ ਜਨਮ ਦਿਨ ਨੂੰ ਪ੍ਰਵਾਨ ਕਰ ਲੈਂਦੇ, ਮਰਨ ਨੂੰ ਨਹੀਂ ਪ੍ਰਵਾਨ ਕਰਦੇ। ਅਸੀਂ ਸੁੱਖ ਨੂੰ ਪ੍ਰਵਾਨ ਕਰ ਲੈਂਦੇ, ਦੁੱਖ ਨੂੰ ਨਹੀਂ ਪ੍ਰਵਾਨ ਕਰਦੇ। ਅਸੀਂ ਇੱਜ਼ਤ ਨੂੰ ਪ੍ਰਵਾਨ ਕਰ ਲੈਂਦੇ ਹਾਂ, ਬੇਇੱਜ਼ਤੀ ਨੂੰ ਨਹੀਂ। ਅਸੀਂ ਲਾਭ ਨੂੰ ਪ੍ਰਵਾਨ ਕਰ ਲੈਂਦੇ, ਘਾਟੇ ਨੂੰ ਨਹੀਂ। ਪਰ ਸਿੱਖ ਨੇ ਜੋ ਵੀ ਕੁਛ ਹੈ, ਘਾਟਾ ਵਾਧਾ, ਉਸ ਨੂੰ ਖੁਸ਼ੀ ਨਾਲ ਪ੍ਰਵਾਨ ਕਰਨਾ, ਕਹਿਣਾ ਜੋ ਤੂੰ ਰੱਖੈ ਤਿਉ ਰਾਂ। ਜਿਵੇਂ ਤੂੰ ਮਾਲਕ ਰੱਖੇ ਉਸ ਤਰ੍ਹਾਂ ਮੈਂ ਰਹਿਣ ਵਾਸਤੇ ਤਿਆਰ ਹਾਂ। ਇੱਕ ਬੜਾ ਪਿਆਰਾ ਸ਼ਬਦ ਭਗਤ ਨਾਮਦੇਵ ਜੀ ਦਾ, ਉਹ ਆਖਦੇ ਨੇ, ਕਹਿੰਦੇ ਰੱਬ ਤੇਰੀ ਖੇਡ ਬੜੀ ਨਿਰਾਲੀ ਹੈ। ਕਹਿੰਦੇ ਕਬਹੂ ਖਾਂਡ ਕਿਹੋ ਨਾ ਭਾਵੈ, ਕਬਹੂ ਕਰ ਕਰ ਟੂਕ ਮੰਗਾਵੈ, ਜੋ ਰਾਮ ਰਾਖੈ ਤਿਉ ਰਹੀਐ ਰੇ ਭਾਈ। ਜਿਵੇਂ ਰੱਬ ਜੀ ਰੱਖਦੇ ਨੇ ਮੈਂ ਉਸ ਤਰ੍ਹਾਂ ਰਹਿਣ ਵਾਸਤੇ ਤਿਆਰ ਹਾਂ। ਅਸੀਂ ਪੜ੍ਹਤਾ ਲੈਂਦੇ ਹਾਂ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਸਾਧੂ ਕਹਿੰਦੇ ਮੇਰੇ ਦਾਤਾ, ਜੋ ਤੂੰ ਰੱਖੈ ਤਿਉ ਰਾਂ, ਮੈਂ ਉਹ ਤੇਰੀ ਰਜ਼ਾ ਨੂੰ ਖੁਸ਼ੀ ਨਾਲ ਪ੍ਰਵਾਨ ਕਰ ਲਵਾਂ। ਤੇ ਤੇਰਾ ਦਿੱਤਾ ਹੋਇਆ ਜੋ ਕੁਝ ਤੂੰ ਮੈਨੂੰ ਦਿੰਦਾ ਹੈ, ਪਹਿਨਣਾ ਖਾਉ ਉਹ ਮੈਂ ਪਹਿਨ ਲਵਾਂ, ਜੋ ਤੂੰ ਦਿੰਦਾ ਉਹ ਮੈਂ ਖਾ ਲਵਾਂ। ਤੇਰੇ ਦਿੱਤੇ ਨੂੰ, ਤੇਰਾ ਦਿੱਤਾ ਮੈਨੂੰ ਚੰਗਾ ਲੱਗੇ। ਫਿਰ ਅਗਲੇ ਵਚਨ ਕੀਤੇ, ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ। ਹੇ ਮਾਲਕ, ਮੇਰੇ ਕੋਲੋਂ ਉਹ ਉਦਮ ਕਰਾ। ਪ੍ਰਭ ਦੇ ਭੱਬੇ ਨੂੰ ਇੱਥੇ ਔਂਕੜ ਨਹੀਂ ਹੈ, ਇਹਦਾ ਅਰਥ ਹੈ ਹੇ ਪ੍ਰਭੂ, ਹੇ ਪਰਮਾਤਮਾ, ਉਦਮ ਸੋਈ ਕਰਾਏ, ਮੇਰੇ ਕੋਲੋਂ ਉਹ ਉਦਮ ਕਰਾ। ਕਿਹੜਾ? ਮਿਲ ਸਾਧੂ ਗੁਣ ਗਾਉ, ਗੁਰੂ ਨੂੰ ਮਿਲ ਕੇ ਮੈਂ ਹੇ ਪ੍ਰਭੂ ਤੇਰੇ ਗੁਣ ਗਾਉਂਦਾ ਰਵਾਂ, ਤੇਰੇ ਗੁਣ ਗਾਵਾਂ, ਤੇਰੀ ਸਿਫਤ ਕਰਾਂ। ਕਿਉਂ? ਦੂਜੀ ਨਾ ਜਾਏ ਨਾ ਸੋਝੇ। ਇਹਨੂੰ ਪਾਠ ਕਰਾਂਗੇ ਜਾਏ। ਜਾਏ ਦਾ ਅਰਥ ਹੁੰਦਾ ਥਾਂ। ਤੇਰੇ ਤੋਂ ਬਿਨਾਂ ਹੋਰ ਕੋਈ ਦੂਜੀ ਥਾਂ ਨਹੀਂ ਹੈ। ਕਿੱਥੇ ਕੂਕਣ ਜਾਉਂ, ਮੈਂ ਆਪਣੀ ਗੱਲਾਂ ਕਿੱਥੇ ਜਾ ਕੇ ਰੱਖਾਂ। ਕੂਕਣ ਦਾ ਅਰਥ ਹੁੰਦਾ ਅੰਦਰ ਦੀ ਪੁਕਾਰ, ਅੰਦਰ ਦਾ ਦੁਖੜਾ ਕਿਸ ਦੇ ਅੱਗੇ ਜਾ ਕੇ ਰੱਖਾਂ। ਤੇਰੇ ਤੋਂ ਬਿਨਾਂ ਹੋਰ ਕੋਈ ਮੈਨੂੰ ਦਿਖਾਈ ਨਹੀਂ ਦਿੰਦਾ, ਸੁਝਦਾ ਨਹੀਂ ਹੈ। ਮੇਰੇ ਦੁਖੜੇ ਜੇ ਕੋਈ ਸੁਣ ਸਕਦਾ ਹੈ, ਮਾਲਕਾ ਕੇਵਲ ਤੂੰ ਹੈ। ਇਸ ਕਰਕੇ ਤੇਰੇ ਜਾ ਕੇ ਕੂਕ ਸਕਦਾ ਹੈ, ਕਿੱਥੇ ਜਾ ਕੇ ਆਪਣੇ ਦੁਖੜੇ ਰੱਖ ਸਕਦਾ ਹੈ, ਮੈਂ ਤੇਰੇ ਚਰਨਾਂ 'ਚ ਰੱਖ ਸਕਦਾ ਹੈ। ਤੇ ਮਹਾਰਾਜ ਨੇ ਕਿਹਾ ਕਿ ਅਗਿਆਨ ਵਿਨਾਸ਼ਨ, ਹੇ ਅਗਿਆਨ ਨੂੰ ਨਾਸ਼ ਕਰਨ ਵਾਲੇ, ਤਮ ਹਰਨ, ਹੇ ਹਨੇਰੇ ਨੂੰ ਨਾਸ਼ ਕਰਨ ਵਾਲੇ, ਉੱਚੇ ਅਗਮ ਅਮਾਓ, ਹੇ ਉੱਚੇ। ਅਗਮ ਦਾ ਅਰਥ ਹੈ ਬੇਅੰਤ, ਅਮਾਓ ਦਾ ਅਰਥ ਹੈ ਅਮਿਤ। ਹੇ ਅਮਿਤ, ਹੇ ਉੱਚੇ, ਹੇ ਅਗਮ ਪਰਮਾਤਮਾ, ਇੱਕ ਕਿਰਪਾ ਕਰ ਮੇਰੇ ਉੱਤੇ। ਮਨ ਵਿਛੜਿਆ ਹਰ ਮੇਲੀਏ, ਨਾਨਕ ਏਸਵਾ। ਨਾਨਕ ਦਾ ਇਹ ਸਵਾਰਥ ਹੈ, ਨਾਨਕ ਦਾ ਇਹ ਮਨੋਰਥ ਹੈ ਕਿ ਮਨ ਵਿਛੜਿਆ ਹਰ ਮੇਲੀਏ, ਇਹ ਮਨ ਤੇਰੇ ਨਾਲੋਂ ਵਿਛੜਿਆ ਹੋਇਆ, ਆਪਣੇ ਨਾਲ ਮੇਲ ਹੈ। ਨਾਨਕ ਤਾਂ ਇਹ ਸਵਾਰਥ ਕਰਕੇ ਤੇਰੇ ਗੁਣ ਗਾਉਂਦਾ ਹੈ। ਇਹ ਸਵਾਰਥ ਕਰਕੇ ਮੈਂ ਨਿਮਾਣੀ ਨੇ ਤੇਰਾ ਆਸਰਾ ਲਿਆ। ਪਿਛਲੇ ਵਚਨਾਂ ਨੂੰ ਆਪਾਂ ਚੇਤੇ ਰੱਖਣਾ, ਮੰਝ ਨਿਮਾਣੀ ਥਾਂ, ਵੀ ਮੈਂ ਨਿਮਾਣੀ ਨੇ ਤੇਰਾ ਥਾਂ ਦਾ ਅਰਥ ਹੈ ਆਸਰਾ ਲਿਆ, ਤੇਰਾ ਸਾਰਾ ਲਿਆ। ਕਿਉਂਕਿ ਮਨ ਤੇਰੇ ਨਾਲੋਂ ਵਿਛੜਿਆ ਹੋਇਆ ਹੈ, ਇਸ ਕਰਕੇ ਮੈਂ ਨਿਮਾਣੀ ਨੇ ਤੇਰਾ ਆਸਰਾ ਲਿਆ ਕਿ ਇਸ ਨੂੰ ਆਪਣੇ ਨਾਲ ਮਿਲਾ। ਔਰ ਜਿਸ ਦਿਨ ਮਾਲਕ ਕਿਰਪਾ ਦੇ ਘਰ 'ਚ ਆਉਂਦਾ, ਸਤਿਗੁਰ ਕਹਿਣ ਲੱਗੇ ਸਰਬ ਕਲਿਆਣਾ ਤਿਤ ਦਿਨ। ਉਸ ਦਿਨ ਮਹਾਰਾਜ ਆਖਦੇ ਨੇ ਕਿ ਮਨੁੱਖ ਨੂੰ
ਮੁਕਤੀ ਮਿਲ ਜਾਂਦੀ ਹੈ। ਕਲਿਆਣਾਂ ਦਾ ਅਰਥ ਹੈ ਸੁਖ ਮਿਲ ਜਾਂਦਾ ਹੈ, ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਦਾ ਕਲਿਆਣ ਹੋ ਜਾਂਦਾ ਹੈ। ਉਸ ਦਿਨ ਹਰ ਪਰਸੀ ਗੁਰ ਕੇ ਪਾਉ। ਜਦੋਂ ਹੇ ਹਰੀ ਮੈਂ ਗੁਰੂ ਦੇ ਪੈਰ ਛੁੰਦਾ ਹਾਂ, ਗੁਰੂ ਦੇ ਚਰਨ ਪਰਸਦਾ ਹਾਂ, ਤਾਂ ਉਸ ਦੇ ਨਾਲ ਮੈਨੂੰ ਸਾਰੇ ਸੁੱਖ ਮਿਲ ਜਾਂਦੇ ਨੇ। ਸੋ ਗੁਰੂ ਸਾਹਿਬ ਜੀ ਦਿਨ ਰਹਿਣ ਬਾਣੀ ਦੇ ਰਾਹੀਂ ਸਾਨੂੰ ਇਹ ਉਪਦੇਸ਼ ਕਰਦੇ ਹਨ ਕਿ ਆਪਣੇ ਗੁਰੂ ਦੇ ਚਰਨ ਨਾ ਛੱਡੀ। ਗੁਰੂ ਦੇ ਚਰਨ ਹਰ ਵੇਲੇ ਪਰਸਦਾ ਰਹਿ, ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿ, ਕਿਉਂਕਿ ਗੁਰੂ ਦੇ ਚਰਨ ਪਰਸਨ ਵਾਲਾ, ਗੁਰੂ ਦੇ ਚਰਨਾਂ ਨਾਲ ਜੁੜਨ ਵਾਲਾ ਜਿਹੜਾ ਗੁਰਮੁਖ ਜਨ ਹੈ, ਗੁਰਮੁਖ ਸੱਜਣ ਹੈ, ਪਿਆਰ ਵਾਲਿਓ ਸੱਚ ਜਾਣਨਾ, ਉਹ ਕਦੀ ਫਿਰ ਸੰਸਾਰ ਦੇ ਵਿੱਚ ਦੁਖੀ ਨਹੀਂ ਹੁੰਦਾ। ਜਿਸ ਨੇ ਕਿ ਗੁਰੂ ਦੇ ਚਰਨ ਹੀ ਫੜ ਲਏ ਨੇ, ਪਕੜੋ ਚਰਨ ਗੋਬਿੰਦ ਕੇ, ਜਿਨ੍ਹਾਂ ਨੇ ਗੋਬਿੰਦ ਦੇ ਚਰਨ, ਗੁਰੂ ਦੇ ਚਰਨ ਫੜ ਲਏ ਨੇ, ਉਹਨਾਂ ਨੂੰ ਫਿਰ ਹੋਰ ਕਿਸੇ ਦੇ ਚਰਨ ਫੜਨ ਦੀ ਲੋੜ ਨਹੀਂ ਪੈਂਦੀ। ਨਹੀਂ ਤਾਂ ਜਣੇ ਖਣੇ ਦੇ ਚਰਨ ਫੜੀ ਨਹੀਂ ਫੜਾਂਗੇ ਤੇ ਹਰ ਇੱਕ ਦੇ ਫੜਨੇ ਪੈਣੇ। ਫਿਰ ਤਾਂ ਬੱਚਿਆਂ ਨੂੰ ਵੀ ਮਨਾਉਣਾ ਪੈਣਾ, ਵੱਡਿਆਂ ਨੂੰ ਵੀ ਮਨਾਉਣਾ ਪੈਣਾ, ਗੁਆਂਢੀਆਂ ਨੂੰ ਵੀ ਮਨਾਉਣਾ ਪੈਣਾ। ਫਿਰ ਸਾਰਿਆਂ ਦੇ ਚਰਨ ਫੜਨ ਤੋਂ ਬਾਅਦ ਹਾਲਤ ਇਹ ਹੋ ਜਾਣੀ ਹੈ, ਮੰਨਣਾ ਫਿਰ ਵੀ ਕਿਸੇ ਨੇ ਨਹੀਂ। ਪਰ ਜੇ ਅਕਾਲ ਪੁਰਖ ਦੇ ਚਰਨ ਫੜ ਲਏ, ਗੁਰੂ ਦੇ ਚਰਨ ਪਰਸ ਲਏ, ਸੱਚ ਜਾਣਨਾ ਫਿਰ ਕਿਸੇ ਦੇ ਚਰਨ ਪਰਸਣ ਦੀ ਲੋੜ ਨਹੀਂ। ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਲਿਆ, ਗੁਰੂ ਦੇ ਨਾਲ ਸਾਂਝ ਬਣਾ ਲਈ, ਸਾਰਾ ਸੰਸਾਰ ਉਹਨਾਂ ਦੇ ਨਾਲ ਜੁੜ ਜਾਂਦਾ ਹੈ। ਕਿਉਂਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਇੱਕ ਕੰਮ ਕਰੀਏ, ਦਿਨ ਰਹਿਣ ਬਾਣੀ ਦੇ ਰਾਹੀਂ ਜੋ ਉਪਦੇਸ਼ ਹੈ, ਆਪ ਸਵਾਰੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਮਾਲਕ ਦੇ ਚਰਨਾਂ ਵਿੱਚ ਜੁੜ ਜਾਈਏ ਔਰ ਆਪਣੇ ਆਪ ਨੂੰ ਨਿਮਾਣਾ ਬਣਾ ਕੇ, ਨਿਤਾਨਾ ਬਣਾ ਕੇ ਉਹਦਾ ਆਸਰਾ ਲੈ ਲਈਏ। ਕਿਉਂਕਿ ਜਿਹੜੇ ਉਸ ਦਾ ਆਸਰਾ ਲੈਂਦੇ ਨੇ, ਬਾਣੀ ਨੇ ਬੜੇ ਪਿਆਰੇ ਬਚਨ ਕੀਤੇ, ਤਰ ਜੀਰੇ ਕਿ ਟੇਕ ਤੂੰ ਲਾਹਾ ਵਿਡਾਣੀ ਆਸ, ਨਾਨਕ ਨਾਮ ਤਿਹਾਈਏ ਕਾਰਜ ਆਵੇਂ ਰਾਸ। ਜਿਨ੍ਹਾਂ ਨੇ ਉਸ ਦਾ ਆਸਰਾ ਲਿਆ ਨਾ, ਉਹਨਾਂ ਦੇ ਸਾਰੇ ਕਾਰਜ ਮਾਲਕ ਨੇ ਪੂਰੇ ਕਰ ਦਿੱਤੇ। ਵਿਡਾਣੀ ਆਸ ਛੱਡ ਕੇ, ਛਾੜ ਵਿਡਾਣੀ ਆਸ ਮੂੜੇ, ਇਹਾਂ ਵਸਣਾ ਰਾਤ ਮੂੜੇ, ਮਾਇਆ ਕੇ ਮਾਤੇ ਤੈਂ ਉੱਠ ਚੱਲਣਾ, ਰਾਚ ਦਿਓ ਜਗ ਸੰਗ ਸੁਪਨਾ। ਤੂੰ ਕਿਉਂ ਸੰਸਾਰ 'ਚ ਖਚੀ, ਤੈਂ ਸਤਿਗੁਰ ਕਹਿੰਦੇ। ਇਹਦੇ ਵਿੱਚੋਂ ਨਿਕਲ ਕੇ ਆਪਣੇ ਮਾਲਕ ਦੇ ਨਾਲ, ਆਪਣੇ ਗੁਰੂ ਨਾਲ ਸਾਂਝ ਬਣਾ। ਜਦੋਂ ਗੁਰੂ ਨਾਲ ਤੇਰੀ ਸਾਂਝ ਬਣੇਗੀ, ਗੁਰੂ ਦੇ ਚਰਨਾਂ ਨੂੰ ਫੜ ਲਏਗਾ, ਫਿਰ ਸੱਚ ਜਾਣੀ ਗੁਰੂ ਤੈਨੂੰ ਰੱਬ ਦਾ ਰੂਪ ਕਰ ਦੇਗਾ। ਪਰਮਾਤਮਾ ਨਾਲੋਂ ਤੂੰ ਵਿਛੜਿਆ ਹੋਇਆ, ਗੁਰੂ ਤੈਨੂੰ ਪਰਮਾਤਮਾ ਦੇ ਨਾਲ ਮੇਲ ਦੇਗਾ। ਔਰ ਜਿਨ੍ਹਾਂ ਨੂੰ ਗੁਰੂ ਪਰਮੇਸ਼ਰ ਨਾਲ ਮੇਲ ਦਿੰਦਾ, ਉਹਨਾਂ ਦੇ ਹੋ ਜਾਂਦੇ ਨੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲ। ਇਤਨੇ ਬਚਨ ਪ੍ਰਵਾਨ। ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ। ਆਇਆਂ ਨੂੰ ਗੁਰਫਤਿਹ ਦੀ ਸਾਂਝ ਕਰੋ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਇਹ ਬਾਣੀ ਦਿਨ ਰਹਿਣ ਦੀ ਵਿਚਾਰ ਸੀ। ਅੱਗੇ ਆਪ ਸੰਗਤਾਂ ਦਾ ਜੋ ਹੁਕਮ ਹੋਇਆ, 3 ਬਾਣੀਆਂ ਨੇ, ਸੁਚੱਜੀ ਸੋਹੀ ਰਾਗ ਦੀਆਂ ਬਾਣੀਆਂ ਨੇ, ਕੁਚੱਜੀ, ਸੁਚੱਜੀ ਅਤੇ ਗੁਣਵੰਤੀ। ਅਗਲੇ ਟਾਈਮ ਦੇ ਵਿੱਚ ਉਹਨਾਂ ਬਾਣੀਆਂ ਨੂੰ ਵਿਚਾਰਾਂਗੇ। ਛੋਟੀ ਛੋਟੀ ਬਾਣੀਆਂ ਨੇ, ਪਰ ਇਹਨਾਂ ਵਿੱਚ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤੇ ਨੇ, ਜੋ ਸਿੱਖਿਆਵਾਂ ਦਿੱਤੀਆਂ ਨੇ, ਆਪ ਸੰਗਤਾਂ ਦੇ ਹੁਕਮ ਅਨੁਸਾਰ ਅਗਲੇ ਸਮੇਂ ਵਿੱਚ ਉਹ ਆਪ ਜੀਆਂ ਨਾਲ ਵਿਚਾਰ ਕਰਾਂਗੇ। ਕੁਚੱਜੀ ਬਾਣੀ ਹੈ, ਸੁਚੱਜੀ ਹੈ ਅਤੇ ਗੁਣਵੰਤੀ ਬਾਣੀ, ਇਹ ਸੋਹੀ ਰਾਗ ਦੇ ਵਿੱਚ ਸਤਿਗੁਰ ਨੇ ਦਰਜ ਕੀਤੀਆਂ ਨੇ। ਅਗਲੇ ਸਮੇਂ ਵਿੱਚ ਉਹਨਾਂ ਦੀ ਵਿਚਾਰ ਕਰਾਂਗੇ। ਸੋ ਇਤਨੀਆਂ ਬੇਨਤੀਆਂ ਪ੍ਰਵਾਨ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਆਪ ਜੀਆਂ ਨੇ ਬੜਾ ਪਿਆਰ ਬਖਸ਼ਿਆ। ਨਿੱਤਾ ਪ੍ਰਤੀ ਹਾਜ਼ਰੀਆਂ ਭਰ ਕੇ, ਗੁਰੂ ਜਸ ਸਰਵਣ ਕਰਕੇ ਗੁਰੂ ਸਾਹਿਬ ਜੀ ਦੀ ਵਡਿਆਈ ਲਈ। ਸਾਰੀ ਕਮੇਟੀ ਦਾ ਵੀ ਧੰਨਵਾਦ, ਜਿਨ੍ਹਾਂ ਨੇ ਸਮਾਂ ਸਮਾਂ ਸਿਰ ਗੁਰੂ ਕੀ ਸੰਗਤਾਂ ਲਈ ਉਪਰਾਲੇ ਕਰਦੇ ਰਹਿੰਦੇ ਹਨ। ਔਰ ਵੱਖ ਵੱਖ ਬਾਣੀਆਂ ਦੀ ਕਥਾਵਾਂ ਇਸ ਸਥਾਨ 'ਤੇ ਚੱਲਦੀਆਂ ਰਹਿੰਦੀਆਂ ਹਨ, ਤਾਂ ਕਿ ਸੰਗਤਾਂ ਗੁਰੂ ਸ਼ਬਦ ਨਾਲ, ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਣ। ਸੋ ਮੇਰੇ ਵੱਲੋਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸਾਰਿਆਂ ਦੇ ਉੱਤੇ ਸਤਿਗੁਰਾਂ ਪਾਸੋਂ ਇਸ ਤਰ੍ਹਾਂ ਹੀ ਲੈਂਦੇ ਰਹਿਣ ਔਰ ਸਤਿਗੁਰ ਸਭਨਾਂ ਨੂੰ ਦੇਹ ਰੋਗਤਾ ਦੀਆਂ ਦਾਤਾਂ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਣ। ਮੇਰੀਆਂ ਝੋਲੀ ਵਿੱਚ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।